ਆਪਾਂ ਆ ਗਏ ਸਵਾਲ ਤੀਸਰੇ ਦੇ ਉੱਤੇ। ਅਚਾਨਕ ਕੰਮ ਪੈ ਗਿਆ ਸੀ ਕੋਈ। ਹਾਂਜੀ, ਤੀਸਰਾ ਸਵਾਲ ਮੈਂ ਕੁਐਸਚਨ ਪੜ੍ਹ ਰਿਹਾ ਸੀਗਾ। ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ, ਇੱਕ ਬਗੀਚੇ ਦਾ ਆਕਾਰ ਮੱਧ ਵਿੱਚ ਆਇਤਾਕਾਰ। ਬੇਟਾ ਇੱਕ ਬਗੀਚਾ ਹੈ, ਐਵੇਂ ਵਿਚਕਾਰ ਇਹ ਆਇਤਾਕਾਰ ਹੈ ਇਸ ਤਰ੍ਹਾਂ, ਅਤੇ ਕਿਨਾਰਿਆਂ ਤੋਂ ਅਰਧ ਚੱਕਰ ਨੇ। ਇਹ ਇੱਥੇ ਅਰਧ ਚੱਕਰ ਬਣਿਆ ਹੋਇਆ, ਇਸ ਤਰ੍ਹਾਂ ਅਰਧ ਚੱਕਰ ਬਣਿਆ ਹੋਇਆ। ਓਕੇ ਬੇਟਾ, ਬਗੀਚੇ ਦਾ ਪਰਿਮਾਪ ਅਤੇ ਖੇਤਰ ਪਤਾ ਕਰੋ। ਬੇਟਾ ਕੁਐਸਚਨ 'ਚ ਕਿਹਾ ਕਿ ਉਰੇ ਤੋਂ ਲੈ ਕੇ ਇਹ ਉਰੇ ਤੱਕ ਇਹ 20 ਆ, 20 ਹੈ, ਅਤੇ ਇੱਥੋਂ ਦੀ ਆਹ ਕਿਹਾ ਇਹ 7 ਹੈ, 7 ਮੀਟਰ। ਤਾਂ ਪਿਆਰੇ ਬੱਚੇ, ਬੜਾ ਧਿਆਨ ਨਾਲ ਮੇਰੀ ਗੱਲ ਸਮਝਣੀ ਹੈ ਜੋ ਮੈਂ ਤੁਹਾਨੂੰ ਦੱਸਣ ਲੱਗਿਆ। ਧਿਆਨ ਨਾਲ ਪਹਿਲਾਂ ਦੇਖੋ ਬੇਟਾ, ਦੇਖੋ ਜੇ ਇਹ ਪੂਰਾ 7 ਹੈ, ਪੂਰਾ ਇਹ 7 ਹੈ, ਇਹ ਪੂਰਾ 7 ਹੈ, ਤਾਂ ਇਹ ਇੰਨਾ ਕੁ 7/2 ਹੋਊਗਾ, ਇੰਨਾ ਕੁ ਅੱਧ ਹੋਊਗਾ। 7/2, 7/2। ਠੀਕ ਹੈ। ਜੇ ਮੈਂ ਤੁਹਾਨੂੰ ਕਹਾਂ ਲੰਬਾਈ ਕਿੰਨੀ ਹੈ ਆਇਤ ਦੀ, ਤੁਸੀਂ ਕਹਿ ਦੋਗੇ 20 ਮਾਈਨਸ ਕਰੋਗੇ ਇਹਦੇ ਵਿੱਚੋਂ। ਲੰਬਾਈ ਉਰੇ ਤੋਂ ਲੈ ਕੇ ਉਰੇ ਤੱਕ ਹੋਊਗੀ ਬੇਟਾ, ਉਰੇ ਤੱਕ। ਦੇਖੋ ਮੇਰੀ ਗੱਲ ਦੁਬਾਰਾ ਸੁਣੋ, ਦੁਬਾਰਾ ਕਾਕੇ। ਇੱਕ ਚੱਕਰ ਹੈ, ਠੀਕ ਹੈ, ਤੁਹਾਨੂੰ ਆਹ ਚੀਜ਼ ਦਿੱਤੀ ਹੋਈ ਹੈ, ਆਹ ਚੀਜ਼। ਇਹ ਪੂਰਾ ਤੁਹਾਨੂੰ 7 ਕਹਿਤਾ, ਉਹਦਾ ਮਤਲਬ ਵਿਆਸ 7 ਹੈ। ਤਾਂ ਤੁਹਾਨੂੰ ਪਤਾ ਅਰਧ ਵਿਆਸ ਦਾ ਅੱਧ ਹੁੰਦਾ, ਤਾਂ ਇਹ 7/2 ਹੋ ਗਿਆ। ਤੁਸੀਂ ਕਹਿ ਸਕਦੇ ਹੋ 3.5। ਠੀਕ ਹੈ ਬੇਟਾ, ਜੇ ਇੱਧਰ ਨੂੰ ਇਹ ਇੰਨਾ ਕੁ 7/2 ਆ, ਮਤਲਬ ਇਹ ਇੰਨਾ ਕੁ 7/2 ਆ, ਤਾਂ ਇੱਧਰ ਨੂੰ ਵੀ 7/2 ਹੀ ਹੋਊਗਾ। ਕਹਿਣ ਦਾ ਭਾਵ ਇਹ ਇੱਧਰ ਨੂੰ ਵੀ ਤਾਂ 7/2 ਹੀ ਹੋਊਗਾ, ਇਹ ਇੱਧਰ ਨੂੰ ਵੀ 7/2 ਹੋਊਗਾ। ਤਾਂ ਆਪਾਂ ਕੀ ਕਰਾਂਗੇ, 20 ਦੇ ਵਿੱਚੋਂ 7/2 7/2 2 ਵਾਰੀ ਘਟਾ ਦਾਂਗੇ, ਮਤਲਬ 3.5 3.5 7 ਹੀ ਹੋ ਗਿਆ। ਮਤਲਬ 20 ਦੇ ਵਿੱਚੋਂ ਅਸੀਂ ਘਟਾਵਾਂਗੇ 7, ਕਿੰਨਾ ਬਚੂਗਾ 13। ਬੇਟਾ ਲੰਬਾਈ ਹੋ ਜੂਗੀ 13। ਲੰਬਾਈ ਕਿੰਨੀ ਹੋ ਜੂਗੀ ਆਇਤ ਦੀ ਲੰਬਾਈ, ਉਰੇ ਤੋਂ ਲੈ ਕੇ ਉਰੇ ਤੱਕ ਇਹ ਹੋ ਜੂਗੀ 13। ਉਮੀਦ ਕਰਦਾ ਸਮਝ ਆ ਗਈ ਹੋਣੀ ਹੈ। ਤਾਂ ਬੇਟਾ ਇਹ ਤੁਹਾਨੂੰ ਸਾਰਾ ਕੁਝ ਸਮਝਾਉਣ ਵਾਸਤੇ ਹੀ ਲਿਖਿਆ ਸੀ ਨੀਚੇ। ਇਹ ਮੈਂ ਮਾੜਾ ਜਿਹਾ ਰਬ ਕਰ ਦੇਵਾਂ, 1 ਮਿੰਟ। ਰਬੜ ਦਾ ਸਾਈਜ਼ ਵੱਡਾ ਕਰੋ। ਚਲੋ ਜੀ, ਇਹ ਤੁਹਾਨੂੰ ਸਮਝ ਆ ਗਈ ਹੋਣੀ ਆ। A to Z ਸਾਰਾ ਕੁਝ ਤੁਹਾਨੂੰ ਕਲੀਅਰ ਹੈ। ਹੁਣ ਬੇਟਾ ਦੇਖੋ, ਆਪਾਂ ਨੇ ਕੀ ਕੱਢਣਾ, ਇਸ ਦਾ ਪਰਿਮਾਪ। ਪਹਿਲਾਂ ਆਪਾਂ ਪਰਿਮਾਪ ਕੱਢਦੇ ਹਾਂ। ਕਿਆ ਕੱਢਦੇ ਆਪਾਂ? ਪਰਿਮਾਪ। ਪਰਿਮਾਪ ਹੁੰਦਾ ਕੀ ਹੈ, ਜਿਵੇਂ ਸਾਡਾ ਪਿੰਡ ਹੈ, ਪਿੰਡ ਦੇ ਬਾਹਰੋਂ ਬਾਹਰ ਗੇੜਾ ਮਾਰਨਾ, ਫਿਰ ਨਹੀਂ ਉੱਪਰ ਗੇੜਾ ਮਾਰਨਾ, ਉਹ ਕੀ ਹੈ, ਪਿੰਡ ਦਾ ਪਰਿਮਾਪ ਆ। ਇੱਥੇ ਪਰਿਮਾਪ ਅਸੀਂ ਕਿਵੇਂ ਕੱਢਾਂਗੇ ਬੇਟਾ? ਦੇਖੋ ਮੈਂ ਤੁਹਾਨੂੰ ਹੁਣ ਪਰਿਮਾਪ ਦਿਖਾਉਣ ਲੱਗਿਆ। ਇੱਥੇ ਮੰਨ ਲਓ ਆ A ਆ, ਇਹ ਮੰਨ ਲਓ B ਹੈ, ਆਹ ਮੰਨ ਲਓ C ਹੈ, ਅਤੇ ਆਹ ਮੰਨ ਲਓ D ਹੈ। ਪਰਿਮਾਪ ਕਿਆ ਹੋਊਗਾ? ਤੁਸੀਂ A ਤੋਂ B ਗਏ, ਪਲੱਸ ਤੁਸੀਂ B ਤੋਂ C ਜਾਣਾ, ਪਰ B ਤੋਂ C ਰਸਤਾ ਸਿੱਧਾ ਥੋੜ੍ਹਾ, ਇੱਕ ਅਰਕ ਹੈ, ਚੱਕਰ ਆਦਾ। C ਤੋਂ ਸਿੱਧਾ ਜਾਓਗੇ, ਪਰ D ਤੋਂ ਇਹ ਸਿੱਧਾ ਥੋੜ੍ਹਾ ਜਾਓਗੇ, ਇਹ ਵੀ ਇੱਕ ਅਰਕ ਹੈ, ਚੱਕਰ ਆਦਾ। ਤਾਂ ਹੁਣ ਦੇਖੋ ਬੇਟਾ, A ਤੋਂ B ਕਿੰਨਾ 13, BC ਕਿੰਨਾ, ਇਹ ਅਰਧ ਚੱਕਰ ਹੈ, ਤੁਸੀਂ ਕੀ ਲਿਖੋਗੇ πr। C ਤੋਂ D ਇਹ ਵੀ 13, ਅਤੇ D ਤੋਂ A ਕੀ ਲਿਖੋਗੇ, D to A ਇਹ ਵੀ πr। ਤਾਂ ਬੇਟਾ 13 13 ਹੋ ਗਿਆ 26, ਅਤੇ πr ਕਿਆ ਹੋ ਗਿਆ 2πr। ਇਹ ਹੋ ਗਿਆ 26 ਪਲੱਸ 2 ਦਾ 2 ਲਿਖ ਲਓ। ਪਾਈ ਦੀ ਵੈਲਿਊ ਕਿੰਨੀ ਕੌਣ ਬੋਲੂਗਾ ਬੇਟਾ? 22/7। ਵੈਰੀ ਗੁੱਡ। ਅਤੇ ਆਰ ਕਿੰਨਾ? 7 ਦਾ ਅੱਧ ਕੱਢਿਆ ਹੋਇਆ ਆਪਾਂ ਨੇ, 2 ਨਾਲ 2 ਕੱਟਿਆ ਗਿਆ, 7 ਨਾਲ 7 ਕੱਟਿਆ ਗਿਆ, ਤਾਂ ਇਹ ਆ ਗਿਆ 26 ਪਲੱਸ 22। 6 ਤੇ 2 8, 2 ਤੇ 2 4, ਇਹ ਆ ਗਿਆ 48 ਮੀਟਰ। ਬੇਟਾ ਅਸੀਂ ਇਹ ਕੀ ਕੱਢਿਆ? ਵਾਟ ਇਜ਼ ਦਿਸ? ਇਹ ਪਰਿਮਾਪ ਕੱਢਿਆ ਬੇਟਾ, ਪਰਿਮਾਪ। ਬੇਟਾ ਹੁਣ ਆਪਾਂ ਕੱਢਾਂਗੇ ਇਸ ਦਾ ਖੇਤਰਫਲ। ਕਿਆ ਕੱਢਾਂਗੇ ਆਪਾਂ? ਖੇਤਰਫਲ। ਖੇਤਰਫਲ ਕਿਵੇਂ ਕੱਢਾਂਗੇ? ਦੇਖੋ ਦੁਬਾਰਾ ਫੋਟੋ 'ਤੇ ਆਉਂਦੇ ਹਾਂ। ਐਵੇਂ ਦੀ ਫੋਟੋ ਬਣੀ ਹੋਈ ਹੈ, ਇਸ ਤਰ੍ਹਾਂ ਦੀ। ਖੇਤਰਫਲ ਦਾ ਮਤਲਬ ਕਿਆ ਹੈ? ਖੇਤਰਫਲ ਦਾ ਮਤਲਬ ਆ ਅੰਦਰ ਦੀ ਸਾਰੀ ਥਾਂ, ਅੰਦਰ ਵਾਲੀ ਸਾਰੀ ਥਾਂ। ਇਹਦੇ ਵਿੱਚ ਦੇਖੋ ਬੇਟਾ ਕੀ ਆ, ਤੁਹਾਡੇ ਕੋਲ ਅੱਧਾ ਚੱਕਰ ਆ ਪਿਆ, ਮਤਲਬ ਅੱਧੇ ਚੱਕਰ ਦਾ ਖੇਤਰਫਲ ਆਹ, ਅਤੇ ਅੱਧਾ ਚੱਕਰ ਆ ਪਿਆ। ਅੱਧਾ ਪਲੱਸ ਅੱਧਾ ਕੀ ਹੋ ਗਿਆ? ਪੂਰਾ ਚੱਕਰ ਹੋ ਗਿਆ। ਅਤੇ ਵਿਚਕਾਰ ਕਿਆ ਹੈ? ਆਹ ਕਿਆ ਹੈ? ਆਹ ਅੰਦਰ ਵਾਲੀ ਇਹ ਕੀ ਹੈ? ਆਇਤ। ਮਤਲਬ ਤੁਸੀਂ ਨੇ ਕੀ ਕੱਢਣਾ ਬੇਟਾ? ਇਹਦਾ ਖੇਤਰਫਲ ਕੱਢਣਾ ਨਾ,
ਤੁਸੀਂ ਕੀ ਕੱਢੋ, ਤੁਸੀਂ ਲਿਖੋ ਬਗੀਚੇ ਦਾ ਖੇਤਰਫਲ, ਬਗੀਚੇ ਦਾ ਖੇਤਰਫਲ ਬਰਾਬਰ ਲਿਖੋ ਆਇਤ ਦਾ ਖੇਤਰਫਲ, ਆਇਤ ਪਲੱਸ ਚੱਕਰ ਦਾ ਖੇਤਰਫਲ, ਐਂ ਲਿਖ ਦਿਓ ਆਇਤ ਪਲੱਸ ਚੱਕਰ ਦਾ ਖੇਤਰਫਲ। ਓਕੇ ਬੇਟਾ, ਹੁਣ ਤੁਹਾਨੂੰ ਪਤਾ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ, ਵੈਰੀ ਗੁੱਡ। ਚੱਕਰ ਦਾ ਖੇਤਰਫਲ ਪਾਈ ਆਰ ਸਕੇਅਰ, ਸ਼ਾਬਾਸ਼ੇ। ਲੰਬਾਈ ਕਿੰਨੀ ਹੈ 13, ਚੌੜਾਈ ਕਿੰਨੀ ਹੈ 7, ਪਾਈ 22/7, ਆਰ 7/2 ਆ, ਉਹਦਾ ਸਕੇਅਰ 49/4 ਆ ਜੂ ਬੇਟਾ। ਕਲੀਅਰ, ਚਾਹੇ 2 ਵਾਰ ਲਿਖ ਲਿਓ ਕੋਈ ਚੱਕਰ ਨਹੀਂ, ਆਈ ਹੈਵ नो प्रॉब्लम। 13 7 91, 7 7 49, 2 दूनी 4, 11 दूना 22, ये आ गया 77/2 बेटा। 91 प्लस इनू भाग कर लो, डिवाइड करो, 2 तीए 6, ठीक है, 1 7 रह जाऊगा 17, 2 8 16, 1 5 8.5 आ जाऊगा बेटा। हम जोड़ो 8 ਤੇ 1 9, 9 3 12.5 मीटर स्केयर बेटा। ये ਤੁਹਾਡੇ ਕੋਲੇ ਆ ਜਾਊਗਾ, ਇਹਦਾ ਕੀ ਆ ਗਿਆ, ਇਹ ਖੇਤਰਫਲ ਆ ਗਿਆ। ਉਮੀਦ ਕਰਦਾ ਕਿ ਸਮਝ ਆ ਗਈ ਹੋਣੀ ਹੈ। ਲੋ ਜੀ ਅਗਲਾ ਸਵਾਲ ਆ ਗਿਆ ਚੌਥਾ। ਕੀ ਕਹਿੰਦਾ ਪੁੱਤ ਇਹ ਕਹਿੰਦਾ ਫਰਸ਼ ਬਣਾਉਣ ਦੇ ਲਈ ਉਪਯੋਗ ਕੀਤੀ ਜਾਣ ਵਾਲੀ ਇੱਕ ਟਾਇਲ ਦਾ ਆਕਾਰ ਸਮਾਂਤਰ ਚਤੁਰਭੁਜ ਦਾ ਹੈ। ਕਿਹੋ ਜਿਹਾ? ਸਮਾਂਤਰ ਚਤੁਰਭੁਜ बेटा। इंग्लिश कहने आ पैरालोग्राम। ਜਦੋਂ ਆਪਾਂ ਨਾ ਆਇਤ ਨੂੰ ਲੱਤ ਮਾਰ ਦਿੰਦੇ ਆ ਤਾਂ ਇਹ ਪੈਰਾਲੋਗਰਾਮ ਬਣਦਾ। ਕਿਆ ਬੋਲਿਆ ਮੈਂ? ਆਇਤ ਦਾ ਦੇਖੋ ਹਰੇਕ ਕੋਣ 90 ਦਾ ਹੁੰਦਾ, ਆਮਣੇ ਸਾਹਮਣੇ ਸਾਡਾ ਬਰਾਬਰ ਹੁੰਦੀ ਹੈ, ਪਰ ਜੇ ਆਪਾਂ ਨੂੰ ਆਇਤ ਦੇ ਲੱਤ ਮਾਰੀਏ ਤਾਂ ਇਹ ਵਿੰਗੀ ਜਿਹੀ ਹੋ ਜੂਗੀ, ਪਰ ਆਮਣੇ ਸਾਹਮਣੇ ਸਾਡਾ ਬਰਾਬਰ ਰਹਿਣਗੀਆਂ, ਕੋਣ 90 ਦਾ ਨਹੀਂ ਹੋਊਗਾ, ਉਹ ਕੀ ਬਣ ਜਾਊਗੀ? ਸਮਾਂਤਰ ਚਤੁਰਭੁਜ। ਆਇਤ ਤੋਂ ਹੀ ਬਣੀ ਹੈ, ਲੱਤਾਂ ਵੱਜੀਆਂ ਜਦੋਂ ਆਇਤ ਦੇ। ਸਮਾਂਤਰ ਚਤੁਰਭੁਜ, ਇੰਗਲਿਸ਼ ਵਿੱਚ ਪੈਰਾਲੋਗਰਾਮ। ਬੜਾ ਕੁਐਸਚਨ 'ਚ ਕਿਹਾ ਕਿ ਇਹਦਾ ਆਧਾਰ ਹੈਗਾ 24, ਆਧਾਰ 24। ਟਾਇਲ ਦਾ, ਇਹ ਟਾਇਲ ਹੈ ਅਤੇ ਉਚਾਈ ਹੈਗੀ ਹੈ ਬੇਟਾ 24। ਕਿਆ ਹੈ? ਮੀਟਰ ਸੈਂਟੀਮੀਟਰ ਧਿਆਨ ਰੱਖੀਦਾ ਹੁੰਦਾ, 24 ਨਹੀਂ ਲਿਖਣਾ ਆਪਾਂ, 24 ਸੈਂਟੀਮੀਟਰ। ਐਂ ਫਿਰ 10 ਸੈਂਟੀਮੀਟਰ बेटा। ਹੁਣ ਕਹਿੰਦਾ ਕਿ 1080 ਵਰਗ ਮੀਟਰ ਖੇਤਰਫਲ ਦੇ ਇੱਕ ਫਰਸ਼ ਨੂੰ ਢੱਕਣ ਦੇ ਲਈ ਕਿੰਨੀਆਂ ਟਾਇਲਾਂ ਦੀ ਜ਼ਰੂਰਤ ਹੋਵੇਗੀ? ਪਹਿਲਾਂ ਕੁਐਸਚਨ ਸਮਝੋ, ਕੁਐਸਚਨ ਸਮਝੋ ਬੇਟਾ, ਕੁਐਸਚਨ ਸਮਝੋ। ਦੇਖੋ ਇਹ ਐਵੇਂ ਆ, ਇਸ ਤਰ੍ਹਾਂ ਸਮਝਾਉਣਾ। ਮੰਨ ਲਓ ਆ ਫਰਸ਼ ਹੈ, ਇਸ ਤਰ੍ਹਾਂ ਫਰਸ਼ ਹੈ ਅਤੇ ਇੱਥੇ ਆਪਾਂ ਟਾਇਲਾਂ ਲਗਾਉਣੀਆਂ ਐਵੇਂ ਐਵੇਂ, ਟਾਇਲਾਂ ਐਵੇਂ, ਪਰ ਉਹ ਟਾਇਲਾਂ ਇਸ ਆਕਾਰ ਦੀਆਂ ਨੇ, ਠੀਕ ਹੈ। ਮੈਂ ਤੁਹਾਨੂੰ ਫਟਾਫਟ ਲਾ ਕੇ ਦਿਖਾ ਰਿਹਾ, ਐਵੇਂ ਟਾਇਲਾਂ ਲਗਾਉਣੀਆਂ ਨੇ। ਤਾਂ ਸਾਨੂੰ ਪੁੱਛਿਆ ਕਿ ਇਹ ਟਾਇਲਾਂ ਕਿੰਨੀਆਂ ਲੱਗਣਗੀਆਂ? ਐਵੇਂ ਫਰਸ਼ ਉੱਪਰ ਟਾਇਲ ਲਗਾਉਣੀਆਂ ਨੇ ਤਾਂ ਕਿੰਨੀਆਂ ਟਾਇਲਸ ਲੱਗਣਗੀਆਂ? ਬੇਟਾ ਆਪਾਂ ਕੱਢਾਂਗੇ ਪਹਿਲਾਂ ਤਾਂ ਟਾਇਲ ਦਾ ਖੇਤਰਫਲ। ਟਾਇਲ ਦਾ ਖੇਤਰਫਲ ਮਤਲਬ ਟਾਇਲ ਹੈਗੀ ਕਿਹੋ ਜਿਹੀ ਹੈ? ਸਮਾਂਤਰ ਚਤੁਰਭੁਜ ਵਰਗੀ ਹੈ, ਤਾਂ ਅਸੀਂ ਕੀ ਲਿਖਾਂਗੇ? ਸਮਾਂਤਰ ਚਤੁਰਭੁਜ ਦਾ ਖੇਤਰਫਲ, ਠੀਕ ਹੈ। ਸਮਾਂਤਰ ਚਤੁਰਭੁਜ ਦਾ ਖੇਤਰਫਲ ਉਹ ਹੁੰਦਾ ਆਧਾਰ ਗੁਣਾ ਉਚਾਈ। ਕਿਆ ਹੁੰਦਾ ਬੇਟਾ? ਆਧਾਰ ਗੁਣਾ ਉਚਾਈ। ਤਾਂ ਮੇਰੇ ਪਿਆਰੇ ਬੱਚਿਓ, ਇਸ ਕੁਐਸਚਨ 'ਚ ਦੇਖੋ ਆਧਾਰ ਕਿੰਨਾ 24, ਉਚਾਈ ਕਿੰਨੀ ਹੈ 10, ਤਾਂ ਕਿੰਨਾ ਆ ਗਿਆ 240 ਸੈਂਟੀਮੀਟਰ ਸਕੇਅਰ। ਹੁਣ ਇਹ ਇੱਕ ਟਾਇਲ ਦਾ ਆ ਗਿਆ, ਤਾਂ ਹੁਣ ਸਾਨੂੰ ਇਹ ਵੀ ਪਤਾ ਕਿ ਕੁੱਲ ਕਿੰਨਾ ਹੈ ਨਾ। ਉਹਨੇ ਪੁੱਛਿਆ ਟਾਇਲਾਂ ਦੀ ਗਿਣਤੀ, ਟਾਇਲਾਂ ਕਿੰਨੀਆਂ ਲੱਗਣਗੀਆਂ? ਟਾਇਲਾਂ ਦੀ ਗਿਣਤੀ ਪੁੱਛੀ ਹੈ ਬੇਟਾ। ਟਾਇਲਾਂ ਦੀ ਗਿਣਤੀ ਕਿਵੇਂ ਕੱਢਾਂਗੇ? ਕੁੱਲ ਕਿੰਨਾ ਖੇਤਰਫਲ ਹੈ, ਨੀਚੇ ਇੱਕ ਟਾਇਲ ਦਾ ਖੇਤਰਫਲ ਕਿੰਨਾ? ਇੱਕ ਟਾਇਲ ਦਾ ਖੇਤਰਫਲ। ਆ ਰਿਪੀਟਡ ਵੰਸ ਅਗੇਨ। ਉੱਪਰ ਲਿਖਾਂਗੇ ਕੁੱਲ ਖੇਤਰਫਲ, ਮਤਲਬ ਪੂਰਾ ਫਰਸ਼ ਦਾ ਕਿੰਨਾ ਖੇਤਰਫਲ ਹੈ, ਅਤੇ ਨੀਚੇ ਇੱਕ ਟਾਇਲ ਦਾ ਖੇਤਰਫਲ। ਫਰਸ਼ ਦਾ ਹੈਗਾ 1080 ਮੀਟਰ ਉੱਪਰ 2, ਅਤੇ ਇੱਕ ਟਾਇਲ ਦਾ ਆਪਾਂ ਕੱਢਿਆ ਸੀ, ਮੈਂ ਭੁੱਲ ਗਿਆ ਕਿੰਨਾ ਸੀਗਾ, 24 ਦਾ 240 ਸੀਗਾ, 240 ਸੈਂਟੀਮੀਟਰ ਉੱਪਰ 2। ਬੇਟਾ ਇਹ ਹੁਣ ਆਪਾਂ ਨੂੰ ਕੱਟਾਂਗੇ ਤਾਂ ਜੇ ਸੇਮ ਕਰਾਂਗੇ ਤਾਂ ਦੇਖੋ ਜਿਹੜਾ ਮੀਟਰ ਉੱਪਰ 2 ਦਾ ਮਤਲਬ ਕੀ ਹੋਇਆ ਕਿ ਮੀਟਰ ਗੁਣਾ ਮੀਟਰ 240, ਸੈਂਟੀਮੀਟਰ ਉੱਪਰ 2 ਦਾ ਮਤਲਬ ਕੀ ਹੋਇਆ ਸੈਂਟੀਮੀਟਰ ਗੁਣਾ ਸੈਂਟੀਮੀਟਰ। ਤਾਂ 1080
ਸਾਨੂੰ ਪਤਾ ਪਿਆਰੇ ਬੱਚਿਓ, ਸਾਨੂੰ ਕੀ ਪਤਾ ਹੈ ਕਿ 1 ਮੀਟਰ ਦੇ ਵਿੱਚ ਹੁੰਦੇ ਨੇ 100 ਸੈਂਟੀਮੀਟਰ। 100 ਸੈਂਟੀਮੀਟਰ, ਫਿਰ ਲਿਖਾਂਗੇ 100 ਸੈਂਟੀਮੀਟਰ, ਨੀਚੇ 240 ਸੈਂਟੀਮੀਟਰ। ਸੈਂਟੀਮੀਟਰ 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 ਕੱਟੇ ਜਾਣੇ ਆ। ਕੀ ਰਹਿ ਗਿਆ ਬੱਚੇ? 1080 ਗੁਣਾ 100 ਗੁਣਾ 100 ਥੱਲੇ 240। ਬੇਟਾ 0 ਤਾਂ ਅਸੀਂ ਕੱਟ ਦੀ। ਹੁਣ ਦੇਖੋ ਬੇਟਾ, ਜੇ ਅਸੀਂ 24 ਨੂੰ ਕੱਟੀਏ 108 ਦੇ ਨਾਲ, ਦੇਖੋ 2 ਦੇ ਪਹਾੜੇ 'ਤੇ 12, 2 ਦੇ ਪਹਾੜੇ 'ਤੇ 2 ਪੰਜੇ 10, 2 ਚੌਕੇ 8, 540 ਆ ਜਾਊਗਾ ਬੇਟਾ। ਫਿਰ ਆਪਾਂ ਕੱਟੀਏ 2 ਦੇ ਪਹਾੜੇ 'ਤੇ 2 ਛਿਕੇ 12, ਜਾਂ ਆਪਾਂ ਕਰ ਦਿੰਦੇ 6 ਦੇ ਪਹਾੜੇ 'ਤੇ ਕਰ ਦਿੰਦੇ ਹਾਂ। 6 ਦੂਣੀ 12 ਅਤੇ 9 ਛਿਕ 54। ਫਿਰ 90/2 ਇਹ 45 ਆ ਜਾਊਗਾ। ਠੀਕ ਹੈ, 45 ਬਚ ਗਿਆ, ਪਿੱਛੇ ਬਚੀ ਹਾਂ 3 ਜ਼ੀਰੋਆਂ, ਤਾਂ ਬੇਟਾ 45,000 ਟਾਈਲਾਂ ਆ ਗਈਆਂ। ਉਮੀਦ ਕਰਦਾ ਕਿ ਸਮਝ ਆ ਗਈ ਹੋਣੀ ਹੈ ਬੇਟਾ। ਲਾਸਟ ਕੁਐਸਚਨ ਵੀ ਆਰ ਗੋਇੰਗ ਟੂ ਡੂ ਆਫ ਦਿਸ ਐਕਸਰਸਾਈਜ਼। ਲੋ ਮੇਰੇ ਪਿਆਰੇ ਬੱਚਿਓ, ਕੀੜੀ ਹੈ, ਫਰਸ਼ ਉੱਪਰ ਖਿਲਰੇ ਹੋਏ ਭੋਜਨ ਦੇ ਟੁਕੜਿਆਂ ਦੇ ਚਾਰੇ ਪਾਸੇ ਘੁੰਮਦੀ ਹੈ। ਤਾਂ ਪਹਿਲਾਂ ਉਹ ਐਂ ਘੁੰਮਦੀ ਹੈ, ਇਹ 2.8 ਲਿਖਿਆ ਪਿਆ ਬੇਟਾ। ਸਾਰੇ ਸਵਾਲਾਂ 'ਚ ਸੈਂਟੀਮੀਟਰ ਲਿਖਿਆ ਪਿਆ, ਕੋਈ ਚੱਕਰ ਹੀ ਨਹੀਂ ਬੇਟਾ। ਇਹਦਾ ਵਿਆਸ ਹੋ ਗਿਆ, ਤਾਂ ਅਰਧ ਵਿਆਸ ਕਿੰਨਾ ਹੋ ਜਾਊਗਾ? 1.4 ਹੋ ਜਾਊਗਾ। ਯੂ ਆਰ ਇੰਟੈਲੀਜੈਂਟ। ਜੇ ਮੈਨੂੰ ਨਾਮ ਦੇ ਦੇਵਾਂ AE, ਤਾਂ ਹੁਣ ਪੁੱਛਿਆ ਹੋਇਆ ਕਿ ਚਿੱਤਰ 3 ਬਣੇ ਹੋਏ ਨੇ ਕਿ ਕੀੜੀ ਲੰਬਾ ਚੱਕਰ ਕਿੱਥੇ ਲਗਾਉਂਦੀ ਹੈ, ਮਤਲਬ ਵੱਧ ਦੂਰੀ ਕਿੱਥੇ ਤੈਅ ਕਰਦੀ ਹੈ। ਦੇਖੋ ਮੇਰੇ ਪਿਆਰੇ ਬੱਚਿਓ, ਕਿਸ ਟੁਕੜੇ ਲੰਬਾ ਚੱਕਰ ਲਗਾਉਣਾ ਪਵੇਗਾ। ਮਤਲਬ ਆਪਾਂ ਇਹ ਕੱਢਣਾ ਹੈ ਕੀੜੀ ਦੁਆਰਾ ਤੈਅ ਕੀਤੀ ਦੂਰੀ। ਕੀੜੀ ਦੁਆਰਾ ਤੈਅ ਦੂਰੀ ਬੇਟਾ ਸਮਝਿਓ। ਦੇਖੋ ਪਹਿਲਾਂ ਤਾਂ ਆਪਣੇ ਕੋਲ AB ਹੋ ਗਿਆ, ਠੀਕ ਹੈ, ਸਿੱਧਾ ਇਹ ਪਲੱਸ, ਫਿਰ ਅਸੀਂ B ਤੋਂ A ਆਉਣਾ, ਪਰ B ਤੋਂ A ਸਿੱਧਾ ਥੋੜ੍ਹਾ ਆਉਣਾ, ਅਸੀਂ ਐਂ ਘੁੰਮ ਕੇ ਆਉਣਾ, ਚਾਪ ਉੱਪਰ ਚਾਪ। ਠੀਕ ਹੈ, ਮਤਲਬ ਅੱਧੇ ਚੱਕਰ ਦੀ ਕਿਆ ਲੰਬਾਈ। AB ਤਾਂ ਆਪਣੇ ਕੋਲ 2.8 ਹੈ, ਦੈਟਸ ਓਕੇ। ਪਲੱਸ BA ਕਿਵੇਂ ਕੱਢਾਂਗੇ? ਮਤਲਬ ਮੇਰੇ ਕਹਿਣ ਦਾ ਭਾਵ ਬੱਚੇ, ਆਹ ਵਾਲਾ ਨੀਲਾ ਪੋਰਸ਼ਨ ਕਿਵੇਂ ਕੱਢਾਂਗੇ? ਇਹ ਕੀ ਹੈ? ਅਰਧ ਚੱਕਰ ਦਾ ਪਰਿਮਾਪ, ਦੈਟ ਇਜ਼ ਪਾਈ ਆਰ। 2.8 ਜਮਾ ਪਾਈ ਕਿੰਨਾ ਹੁੰਦਾ? 22/7। ਅਤੇ ਮੇਰੇ ਪਿਆਰੇ ਬੱਚਿਓ, ਆਰ ਕਿੰਨਾ ਹੈ? ਆਰ ਕਿੰਨਾ ਹੈ? ਅੱਧ ਕਿੰਨਾ ਇਹਦਾ? 2.8 ਦਾ 1.4। ਤਾਂ ਪਿਆਰੇ ਬੱਚਿਓ 2.8, 7 ਦੂਣੀ 14, 0.2 ਬਚਿਆ। ਤਾਂ ਫਿਰ 22 ਨੂੰ ਅਸੀਂ ਗੁਣਾ ਕਰਾਂਗੇ 0.2 'ਤੇ ਸਾਈਡ 'ਤੇ ਕਰਕੇ ਦੇਖੋ ਮੇਰੇ ਪਿਆਰੇ ਬੱਚਿਓ, ਤਾਂ ਇਹ ਆ ਜਾਊਗਾ 2 ਦੂਣੀ 4, 2 ਦੂਣੀ 4, ਪੁਆਇੰਟ ਇੱਥੇ ਆ ਜਾਊਗਾ। ਹੁਣ ਮੇਰੇ ਪਿਆਰੇ ਬੱਚੇ ਉਹਨੂੰ ਜੋੜਾਂਗੇ। ਕਿਵੇਂ ਜੋੜਾਂਗੇ? ਪੁਆਇੰਟ ਹੇਠਾਂ ਪੁਆਇੰਟ ਲਾ ਕੇ ਜੋੜਨਾ, ਗਲਤੀ ਨਾ ਕਰ ਦਿਓ ਕਿਤੇ, ਭੁੱਲ ਭਾਲ ਜਾਵਾਂ ਤੁਸੀਂ। 8 4 12 ਹੰਸਲਾ 1, 7 4 2 6 1 7, 7.2 ਸੈਂਟੀਮੀਟਰ। ਤਾਂ ਪਹਿਲੇ ਚੱਕਰ ਦੇ ਵਿੱਚ ਕੀੜੀ ਦੂਰੀ ਤੈਅ ਕਰਦੀ ਹੈ 7.2। ਬੇਟਾ ਹੁਣ ਅਸੀਂ ਵੱਧਦੇ ਹਾਂ ਦੂਏ ਚੱਕਰ ਦੇ ਵਿੱਚ। ਦੂਏ ਚੱਕਰ 'ਚ ਕੀੜੀ ਐਂ ਜਾਊਗੀ, ਇਹ ਐਵੇਂ ਹੈਗਾ। ਉਰੇ ਵੀ 2.8 ਹੀ ਹੈ ਸੈਂਟੀਮੀਟਰ ਉਹਦਾ ਵਿਆਸ। ਉਰੇ ਮੰਨ ਲਓ A ਆ, ਆਹ B ਹੈ, ਆਹ C ਹੈ, ਆਹ D ਹੈ, ਐਵੇਂ ਸੌਖਾ ਹੋ ਜਾਂਦਾ। ਤਾਂ ਹੁਣ ਕੀੜੀ ਦੁਆਰਾ ਤੈਅ ਦੂਰੀ ਜੋ ਹੋਊਗੀ ਬੇਟਾ, ਕੀ ਹੋਊਗੀ? ਪਹਿਲਾਂ A ਤੋਂ B ਜਾਊਗੀ, ਇਹ ਕੀ ਹੈ? ਚਾਪ। B ਤੋਂ C ਸਿੱਧਾ ਜਾਊ, C ਤੋਂ D ਸਿੱਧਾ ਜਾਊ, D ਤੋਂ A ਵੀ ਸਿੱਧਾ ਹੀ ਜਾਊ। ਬੇਟਾ ਆ ਵੀ ਦਿੱਤਾ ਹੋਇਆ 1.5। ਮੈਂ ਸੋਚ ਰਿਹਾ ਸੀ ਕਿ ਇਹ ਕਿਤੇ ਦੀ ਲੋੜ ਪੈਣੀ ਹੈ। ਹੁਣ AB ਚਾਪ ਹੈ, ਅੱਧੀ ਚਾਪ ਹੈ, ਪਾਈ ਆਰ ਚੱਕਰ ਦਾ ਖੇਤਰਫਲ ਅੱਧੇ ਚੱਕਰ ਦਾ। BC 1.5 ਹੈ, CD 2.8 ਹੈ, ਆਮਣੇ ਸਾਹਮਣੇ। D ਤੋਂ ਇਹ ਵੀ 1.5 ਹੈ। ਠੀਕ ਹੈ ਬੱਚੇ, ਪਾਈ ਆਰ ਦਾ ਅਸੀਂ ਮੁੱਲ ਕੱਢਿਆ ਹੀ ਹੈ ਪਿੱਛੇ। ਚਲੋ ਦੁਬਾਰਾ ਕੱਢ ਦਿੰਦੇ ਹਾਂ। ਪਾਈ ਦਾ ਮੁੱਲ 22/7, ਆਰ ਦਾ ਮੁੱਲ ਕਿੰਨਾ? 1.4। ਬੇਟਾ ਆਹ ਜੋੜ ਲਓ, ਦੇਖੋ 1.5 1.5, ਇਹ ਹੋ ਗਿਆ 3.0 ਜਮਾ 2.8। ਇਹ ਵੀ ਨਾਲ ਨਾਲ ਜੁੜੀ ਚੱਲੋ, ਆਪਣਾ ਆਪਣਾ ਤਰੀਕਾ ਹੈ। 7 ਦੂਣੀ 14, ਠੀਕ ਹੈ, 0.2 ਆ ਗਿਆ, ਗੁਣਾ ਕਰੂੰਗਾ 4.4 ਆ ਗਿਆ। ਆਹ ਜੋੜ ਲਓ, 3 ਤੇ 2 5, ਇਹ ਆ ਗਿਆ 5.8। ਅੱਗੇ ਜੋੜ ਲਓ, 8 4 12, 5 4 9 ਤੇ 1 10, ਠੀਕ ਹੈ, ਇਹ ਇੰਨੇ ਸੈਂਟੀਮੀਟਰ ਆ ਗਿਆ।
ਪਹਿਲਾਂ ਕਿੰਨਾ ਆਇਆ ਸੀਗਾ 7.2, ਹੁਣ ਕਿੰਨਾ ਆ ਗਿਆ 10.2। ਹੁਣ ਆਪਾਂ ਤੀਜੀ ਫੋਟੋ 'ਤੇ ਆਉਂਦੇ ਹਾਂ। ਤੀਜੀ ਫੋਟੋ 'ਚ ਕਿਹੜੀ ਆ ਜਾਂਦੀ ਹੈ ਉਰੇ ਮੰਨ ਲਓ O A B। ਤਾਂ ਹੁਣ ਦੂਰੀ ਕਿੰਨੀ ਹੋਊਗੀ? ਪਹਿਲਾਂ O ਤੋਂ A ਸਿੱਧੀ ਹੈ, A ਤੋਂ B ਇਹ ਚਾਪ ਹੈ, ਅਤੇ ਫਿਰ B ਤੋਂ O ਆਉਣਾ। O ਤੋਂ ਇਹ ਕੁਐਸਚਨ 'ਚ ਕਿਹਾ ਹੈ 2 ਹੈ, ਇਹ ਵੀ 2 ਹੈ, ਅਤੇ ਆ ਤਾਂ ਉਹੀ ਹੈ, ਵਿਆਸ ਤਾਂ 2.8 ਹੀ ਹੈ। O ਤੋਂ A 2, AB πr, B ਤੋਂ O 2, 2 ਅਤੇ 2 ਹੋ ਗਿਆ 4, ਪਾਈ ਮੁੱਲ 22/7, R ਦਾ ਮੁੱਲ 1.4। ਲਓ ਮੇਰੇ ਪਿਆਰੇ ਬੱਚਿਓ, 4 ਜਮਾ 7 ਫਿਰ ਕੱਟਿਆ ਗਿਆ, 0.2 ਆ ਗਿਆ, ਇਹ 4.4 ਆ ਗਿਆ, ਜੋੜ ਕੇ ਆ ਗਿਆ 6, ਜੋੜ ਕੇ ਆ ਗਿਆ 4 4 8.4 ਸੈਂਟੀਮੀਟਰ ਆ ਗਿਆ। ਤਾਂ ਬੇਟਾ ਦੂਜੇ ਚਿੱਤਰ ਦੇ ਵਿੱਚ ਕਿਹੜੀ ਜ਼ਿਆਦਾ ਦੂਰੀ ਤੈਅ ਕਰੂਗੀ? ਇਹ ਸੀ ਸਾਡੀ ਅਭਿਆਸ 11.1। ਬੇਟਾ ਦੈਟਸ ਆਲ।